ਪਿਛਲੀ ਸਦੀ ਵਿੱਚ ਜਿੰਨੇ ਪ੍ਰਸਿੱਧ ਤੇ ਨਾਮੀ ਨਾਂ ਭਾਰਤ ਦੇ ਇਤਿਹਾਸ ਦੇ ਪੰਨਿਆਂ ਵਿੱਚ ਲਿਖਣ ਯੋਗ ਹੋਏ ਹਨ, ਉਨ੍ਹਾਂ ਵਿੱਚ ਸਾਧੂ ਸੁੰਦਰ ਸਿੰਘ ਦੇ ਨਾਂ ਨੂੰ ਬੜੀ ਮਹਾਨਤਾ ਤੇ ਸਤਿਕਾਰ ਪ੍ਰਾਪਤ ਹੈ। ਸੱਚ ਤਾਂ ਇਹ ਹੈ ਕਿ ਉਨ੍ਹਾਂ ਦਾ ਨਾਂ ਆਪਣੀ ਕਿਸਮ ਦਾ ਇੱਕ ਹੈ। ਕਈ ਲੋਕਾਂ ਨੇ ਪਰਮੇਸ਼ਵਰ ਵੱਲੋਂ ਦਿੱਤੀ ਹੋਈ ਯੋਗਤਾ ਜਾਂ ਸ਼ਖਸੀਅਤ ਦੇ ਬਲ ਤੇ ਆਪਣੇ ਲਈ ਉੱਚੀ ਪਦਵੀ ਪ੍ਰਾਪਤ ਕੀਤੀ ਤੇ ਦੂਜਿਆਂ ਨੇ ਆਪਣੀ ਮਾਨਸਿਕ ਸ਼ਕਤੀ ਦੇ ਸਦਕਾ ਵਿਗਿਆਨ, ਫਲਸਫਾ, ਸਾਹਿਤ ਅਥਵਾ ਧਾਰਮਿਕ ਵਿਗਿਆਨ ਵਿੱਚ ਨਾਂ ਪੈਦਾ ਕੀਤਾ, ਪਰੰਤੂ ਸਾਧੂ ਸੁੰਦਰ ਸਿੰਘ ਇਹਨਾਂ ਵਿੱਚ ਇਸ ਲਈ ਪ੍ਰਸਿੱਧ ਹਨ ਕਿ ਉਨ੍ਹਾਂ ਨੇ ਜਿਉਂਦੇ ਪਰਮੇਸ਼ਵਰ ਪ੍ਰਭੂ ਯਿਸੂ ਦੇ ਦਰਸ਼ਨ ਕੀਤੇ। ਇਸ ਤਜਰਬੇ ਤੋਂ ਉਨ੍ਹਾਂ ਨੂੰ ਅਮਿਟ ਸ਼ਾਂਤੀ ਪ੍ਰਾਪਤ ਹੋਈ ਤੇ ਉਨ੍ਹਾਂ ਦਾ ਜੀਵਨ ਬਦਲ ਗਿਆ। ਉਨ੍ਹਾਂ ਦੇ ਜੀਵਨ ਦੇ ਉਲਟ ਜਾਣ ਦੀ ਘਟਨਾ ਇੱਥੋਂ ਤੱਕ ਸੱਚ ਹੈ ਕਿ ਵਧੇਰੇ ਦੇਸ਼ਾਂ ਦੇ ਵਸਨੀਕ ਜਦੋਂ ਉਨ੍ਹਾਂ ਦੇ ਦਰਸ਼ਨ ਕਰਦੇ ਸਨ, ਉਨ੍ਹਾਂ ਨੂੰ ਕੁਦਰਤੀ ਤੌਰ ਤੇ ਇਹ ਅਨੁਭਵ ਹੁੰਦਾ ਸੀ ਕਿ ਉਨ੍ਹਾਂ ਨੂੰ ਪ੍ਰਭੂ ਮਸੀਹ ਦੇ ਦਰਸ਼ਨ ਹੋ ਗਏ। ਸੁੰਦਰ ਸਿੰਘ ਪਿੰਡ ਰਾਮਪੁਰ, ਜਿਹੜਾ ਲੁਧਿਆਣਾ ਜ਼ਿਲ੍ਹੇ ਵਿਖੇ ਹੈ, ਦੇ ਰਹਿਣ ਵਾਲੇ ਸਨ। ਉਹ ਆਪਣੀ ਰਚਨਾ ਮਸੀਹ ਦੇ ਬਿਨਾਂ ਤੇ ਮਸੀਹ ਦੇ ਨਾਲ ਆਪਣੇ ਮੁੱਢਲੇ ਜੀਵਨ ਦੀ ਵਾਰਤਾ ਵਿੱਚ ਲਿਖਦੇ ਹਨ, ਮੇਰਾ ਜਨਮ ਇੱਕ ਇਹੋ ਜਿਹੇ ਪਰਿਵਾਰ ਵਿੱਚ ਹੋਇਆ, ਜਿਸ ਵਿੱਚ ਹਿੰਦੂ ਧਰਮ ਦੀ ਸਿੱਖਿਆ ਦੀ ਪਾਲਣਾ ਨੂੰ ਬਹੁਤ ਜ਼ਰੂਰੀ ਸਮਝਿਆ ਜਾਂਦਾ ਸੀ। ਮੇਰੀ ਪਿਆਰੀ ਮਾਤਾ ਇਸ ਦੀ ਇੱਕ ਜਿਉਂਦੀ ਉਦਾਹਰਣ ਸੀ। ਉਹ ਅੰਮ੍ਰਿਤ ਵੇਲੇ ਸਭ ਤੋਂ ਪਹਿਲਾਂ ਉੱਠ ਕੇ ਹਿੰਦੂ ਧਰਮ ਦੇ ਗ੍ਰੰਥਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਦੀ ਸੀ। ਮੇਰੇ ਉੱਤੇ ਉਸਦੇ ਧਾਰਮਿਕ ਜੀਵਨ ਦਾ ਬਹੁਤ ਅਸਰ ਹੋਇਆ ਸੀ। ਉਸਨੇ ਮੇਰੇ ਜੀਵਨ ਦਾ ਇਹ ਨੇਮ ਬਣਾ ਦਿੱਤਾ ਸੀ ਕਿ ਮੈਂ ਸਵੇਰੇ ਉੱਠ ਕੇ ਪਹਿਲਾਂ ਪਰਮੇਸ਼ਵਰ ਅੱਗੇ ਆਤਮਿਕ ਭੋਜਨ ਲਈ ਪ੍ਰਾਰਥਨਾ ਕਰਾਂ ਅਤੇ ਪਿੱਛੋਂ ਸਰੀਰਕ ਭੋਜਨ ਅਰਥਾਤ ਨਾਸ਼ਤਾ ਕਰਾਂ। ਸੋ ਮੇਰੀ ਮਾਤਾ ਜੀ ਨੇ ਮੇਰੇ ਮਨ ਉੱਤੇ ਇਸ ਗੱਲ ਦੀ ਮੋਹਰ ਲਾ ਦਿੱਤੀ ਸੀ ਕਿ ਮੈਂ ਪਹਿਲਾਂ ਪਰਮੇਸ਼ਵਰ ਦੀ ਖੋਜ ਕਰਾਂ ਅਤੇ ਪਿੱਛੋਂ ਹੋਰ ਚੀਜ਼ਾਂ ਦੀ। ਬੇਸ਼ੱਕ ਉਸ ਸਮੇਂ ਇਸ ਗੱਲ ਨੂੰ ਸਮਝਣ ਲਈ ਮੇਰੀ ਉਮਰ ਬਹੁਤ ਛੋਟੀ ਸੀ, ਪਰ ਫਿਰ ਵੀ ਮੈਂ ਅੱਗੇ ਜਾ ਕੇ ਇਸ ਦਾ ਮੁੱਲ ਜਾਣ ਗਿਆ ਸਾਂ। ਇੱਕ ਪੰਡਿਤ ਅਤੇ ਇੱਕ ਸਾਧੂ। ਮੇਰੀ ਮਾਤਾ ਜੀ ਨੇ ਕੁਝ ਸਾਲ ਮੈਨੂੰ ਹਿੰਦੂ ਗ੍ਰੰਥਾਂ ਵਿੱਚੋਂ ਸਿੱਖਿਆ ਦਿੱਤੀ ਅਤੇ ਫਿਰ ਉਸਨੇ ਮੈਨੂੰ ਇੱਕ ਪੰਡਿਤ ਅਤੇ ਸਾਧੂ ਦੇ ਹੱਥੀਂ ਸੌਂਪ ਦਿੱਤਾ। ਉਨ੍ਹਾਂ ਦੋਹਾਂ ਨੇ ਜਿੱਥੋਂ ਤੱਕ ਹੋ ਸਕਿਆ ਆਪਣੇ ਸ਼ਾਸਤਰਾਂ ਵਿੱਚੋਂ ਚੰਗੀ ਤਰ੍ਹਾਂ ਨਾਲ ਮੈਨੂੰ ਸਿੱਖਿਆ ਦਿੱਤੀ, ਪਰ ਫਿਰ ਵੀ ਮੈਨੂੰ ਸੱਚੀ ਸ਼ਾਂਤੀ ਦੀ ਭੁੱਖ ਸੀ। ਉਨ੍ਹਾਂ ਨੇ ਬੜੇ ਪਿਆਰ ਨਾਲ ਮੈਨੂੰ ਸਿੱਖਿਆ ਦਿੱਤੀ, ਪਰ ਉਹ ਮੈਨੂੰ ਸੱਚੀ ਸ਼ਾਂਤੀ ਨਾ ਦੇ ਸਕੇ, ਜਿਸ ਦੀ ਮੇਰੇ ਮਨ ਨੂੰ ਚਾਹ ਸੀ। ਮੈਨੂੰ ਪੜ੍ਹਾਉਣ ਵਾਲੇ ਹਿੰਦੂ ਤੇ ਸਿੱਖ ਅਧਿਆਪਕ ਮੇਰੇ ਖੋਜ ਹਿਰਦੇ ਦੇ ਪ੍ਰਸ਼ਨਾਂ ਦਾ ਕੋਈ ਸੰਤੁਸ਼ਟ ਉੱਤਰ ਨਹੀਂ ਦੇ ਸਕਦੇ ਸਨ। ਪੰਡਿਤ ਅਤੇ ਮੈਂ ਕਈ ਵਾਰ ਪੰਡਿਤ ਜੀ ਤੋਂ ਆਪਣੀਆਂ ਆਤਮਿਕ ਕਠਿਨਾਈਆਂ ਬਾਰੇ ਪੁੱਛਿਆ ਅਤੇ ਇਹਨਾਂ ਦਾ ਹੱਲ ਜਾਣ ਚਾਹਿਆ, ਪਰ ਉਸ ਦਾ ਉੱਤਰ ਸੀ ਕਿ ਮੇਰੀਆਂ ਕਠਿਨਾਈਆਂ ਨਵੀਆਂ ਅਤੇ ਅਦਭੁਤ ਹਨ। ਜਦੋਂ ਤੂੰ ਵੱਡਾ ਹੋਵੇਗਾ ਤਾਂ ਜੀਵਨ ਦੇ ਅਨੁਭਵ ਨਾਲ ਇਹ ਕਠਿਨਾਈਆਂ ਆਪਣੇ ਆਪ ਦੂਰ ਹੋ ਜਾਣਗੀਆਂ, ਪਰ ਇਸ ਸਮੇਂ ਤਾਂ ਤੂੰ ਉਹੀ ਕਰ ਜੋ ਤੇਰਾ ਪਿਤਾ ਤੈਨੂੰ ਕਹਿੰਦਾ ਹੈ। ਪਰ ਮੈਂ ਪੰਡਿਤ ਜੀ ਨੂੰ ਉੱਤਰ ਦਿੱਤਾ, ਮੰਨ ਲਵੋ ਮੈਂ ਵੱਡਾ ਹੋਣ ਤੱਕ ਜੀਵਾਂਗਾ ਇੱਕ ਹੀ ਨਹੀਂ, ਤਾਂ ਫਿਰ ਕੀ ਹੋਵੇਗਾ? ਦੂਜੀ ਗੱਲ, ਕਿਸੇ ਦੀ ਭੁੱਖ ਜਾਂ ਤੇ ਦਾ ਸਬੰਧ ਉਸਦੀ ਉਮਰ ਅਰਥਾਤ ਵੱਡੇ ਜਾਂ ਛੋਟੇ ਹੋਣ ਨਾਲ ਨਹੀਂ ਹੈ। ਜੇਕਰ ਕੋਈ ਭੁੱਖਾ ਛੋਟਾ ਮੁੰਡਾ ਰੋਟੀ ਮੰਗੇ ਤਾਂ ਕੀ ਉਸਨੂੰ ਤੁਸੀਂ ਕਹੋਗੇ ਕਿ ਜਾ ਖੇਡ, ਜਦੋਂ ਤੂੰ ਵੱਡਾ ਹੋਵੇਗਾ ਤਾਂ ਤੂੰ ਅਸਲੀ ਭੁੱਖ ਦਾ ਅਰਥ ਸਮਝ ਜਾਵੇਂਗਾ, ਬਜਾਏ ਇਸ ਦੇ ਕਿ ਤੁਸੀਂ ਉਸਨੂੰ ਰੋਟੀ ਦੇਵੋ? ਕੀ ਉਸਨੂੰ ਭੁੱਖੇ ਖੇਡਣ ਦਾ ਚਾਅ ਹੋਵੇਗਾ, ਜਾਂ ਕਿ ਉਹ ਵੱਡੇ ਹੋਣ ਤੱਕ ਜੀ ਸਕੇਗਾ? ਜੇਕਰ ਉਸਨੂੰ ਭੋਜਨ ਨਹੀਂ ਮਿਲ ਸਕੇਗਾ, ਉਸਨੂੰ ਭੋਜਨ ਇਸੇ ਸਮੇਂ ਮਿਲਣਾ ਚਾਹੀਦਾ ਹੈ। ਮੈਂ ਇਸ ਸਮੇਂ ਆਤਮਿਕ ਭੋਜਨ ਲਈ ਭੁੱਖਾ ਹਾਂ। ਜੇਕਰ ਤੁਸੀਂ ਮੈਨੂੰ ਇਹ ਭੋਜਨ ਨਹੀਂ ਦੇ ਸਕਦੇ ਹੋ ਤਾਂ ਦੱਸੋ ਇਹ ਮੈਨੂੰ ਕਿੱਥੋਂ ਅਤੇ ਕਿਸ ਤਰ੍ਹਾਂ ਮਿਲ ਸਕਦਾ ਹੈ? ਪੰਡਿਤ ਜੀ ਨੇ ਉੱਤਰ ਦਿੱਤਾ, ਤੂੰ ਉਸ ਆਤਮਿਕ ਪੱਧਰ ਤੇ ਇਸ ਸਮੇਂ ਨਹੀਂ ਪਹੁੰਚ ਸਕਦਾ ਹੈ, ਇਸ ਲਈ ਬਹੁਤ ਸਮਾਂ ਲੱਗੇਗਾ। ਤੂੰ ਇਸ ਦੇ ਲਈ ਇੰਨਾ ਉਤਾਵਲਾ ਕਿਉਂ ਹੈ? ਜੇਕਰ ਤੇਰੀ ਇਹ ਭੁੱਖ ਇਸ ਜਨਮ ਵਿੱਚ ਨਹੀਂ ਮਿਟੇਗੀ ਤਾਂ ਅਗਲੇ ਜਨਮ ਵਿੱਚ ਮਿਟ ਜਾਵੇਗੀ। ਸਾਧੂ ਜੀ ਅਤੇ ਮੈਂ ਕਈ ਵਾਰ ਆਪਣੀ ਸਮੱਸਿਆ ਸਾਧੂ ਜੀ ਦੇ ਅੱਗੇ ਵੀ ਰੱਖੀ, ਪਰ ਉਸ ਦਾ ਉੱਤਰ ਵੀ ਪੰਡਿਤ ਜੀ ਵਰਗਾ ਹੀ ਸੀ। ਉਸ ਦਾ ਕਹਿਣਾ ਸੀ, ਤੂੰ ਫਿਕਰ ਨਾ ਕਰ, ਜਦੋਂ ਤੈਨੂੰ ਗਿਆਨ ਮਿਲ ਜਾਵੇਗਾ ਤਾਂ ਇਹ ਸਭ ਕਠਿਨਾਈਆਂ ਆਪਣੇ ਆਪ ਦੂਰ ਹੋ ਜਾਣਗੀਆਂ। ਮੈਂ ਉੱਤਰ ਦਿੱਤਾ, ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੂਰਨ ਗਿਆਨ ਦੀ ਪ੍ਰਾਪਤੀ ਨਾਲ ਮੇਰੀਆਂ ਕਠਿਨਾਈਆਂ ਆਪਣੇ ਆਪ ਦੂਰ ਹੋਣ ਨਾਲ ਇਹ ਕਠਿਨਾਈਆਂ ਆਪਣੇ ਆਪ ਦੂਰ ਹੋ ਜਾਣਗੀਆਂ, ਪਰ ਹੋ ਇਸ ਸਮੇਂ ਤਾਂ ਤੂੰ ਉਹੀ ਕਰ ਜੋ ਤੇਰਾ ਪਿਤਾ ਤੈਨੂੰ ਕਹਿੰਦਾ ਹੈ। ਪਰ ਪੰਡਿਤ ਜੀ ਨੂੰ ਉੱਤਰ ਦਿੱਤਾ, ਮੰਨ ਲਵੋ ਮੈਂ ਵੱਡਾ ਹੋਣ ਤੱਕ ਜੀਵਾਂਗਾ ਹੀ ਨਹੀਂ, ਤਾਂ ਫਿਰ ਕੀ ਹੋਵੇਗਾ? ਦੂਜੀ ਗੱਲ, ਕਿਸੇ ਦੀ ਭੁੱਖ ਜਾਂ ਤੇ ਦਾ ਸਬੰਧ ਉਸ ਦੀ ਉਮਰ ਅਰਥਾਤ ਵੱਡੇ ਜਾਂ ਛੋਟੇ ਹੋਣ ਨਾਲ ਨਹੀਂ ਹੈ। ਜੇਕਰ ਕੋਈ ਭੁੱਖਾ ਛੋਟਾ ਮੁੰਡਾ ਰੋਟੀ ਮੰਗੇ ਤਾਂ ਕੀ ਉਸਨੂੰ ਤੁਸੀਂ ਕਹੋ ਕਿ ਜਾ ਖੇਡ, ਜਦੋਂ ਤੂੰ ਵੱਡਾ ਹੋਵੇਗਾ ਤਾਂ ਤੂੰ ਅਸਲੀ ਭੁੱਖ ਦਾ ਅਰਥ ਸਮਝ ਜਾਵੇਂਗਾ, ਬਜਾਏ ਇਸ ਦੇ ਕਿ ਤੁਸੀਂ ਉਸਨੂੰ ਰੋਟੀ ਦੇਵੇ? ਕੀ ਉਸਨੂੰ ਭੁੱਖੇ ਖੇਡਣ ਦਾ ਚਾਅ ਹੋਵੇਗਾ, ਜਾਂ ਕਿ ਉਹ ਵੱਡੇ ਹੋਣ ਤੱਕ ਜੀ ਸਕੇਗਾ? ਜੇਕਰ ਉਸਨੂੰ ਭੋਜਨ ਨਹੀਂ ਮਿਲ ਸਕੇਗਾ, ਉਸਨੂੰ ਭੋਜਨ ਇਸੇ ਸਮੇਂ ਮਿਲਣਾ ਚਾਹੀਦਾ ਹੈ। ਮੈਂ ਇਸ ਸਮੇਂ ਆਤਮਿਕ ਭੋਜਨ ਲਈ ਭੁੱਖਾ ਹਾਂ। ਜੇਕਰ ਤੁਸੀਂ ਮੈਨੂੰ ਇਹ ਭੋਜਨ ਨਹੀਂ ਦੇ ਸਕਦੇ ਹੈ ਤਾਂ ਦੱਸ ਇਹ ਮੈਨੂੰ ਕਿੱਥੋਂ ਅਤੇ ਕਿਸ ਤਰ੍ਹਾਂ ਮਿਲ ਸਕਦਾ ਹੈ? ਪੰਡਿਤ ਜੀ ਨੇ ਉੱਤਰ ਦਿੱਤਾ,
ਤੂੰ ਉਸ ਆਤਮਿਕ ਪੱਧਰ ਤੇ ਇਸ ਸਮੇਂ ਨਹੀਂ ਪਹੁੰਚ ਸਕਦਾ ਹੈ, ਇਸ ਲਈ ਬਹੁਤ ਸਮਾਂ ਲੱਗੇਗਾ। ਤੂੰ ਇਸ ਦੇ ਲਈ ਇੰਨਾ ਉਤਾਵਲਾ ਕਿਉਂ ਹੈ? ਜੇਕਰ ਤੇਰੀ ਇਹ ਭੁੱਖ ਇਸ ਜਨਮ ਵਿੱਚ ਨਹੀਂ ਮਿਟੇਗੀ, ਤਾਂ ਅਗਲੇ ਜਨਮ ਵਿੱਚ ਮਿਟ ਜਾਵੇਗੀ। ਮਾਂ ਪਪਾ ਨੂੰ ਜਾ ਤੋ ਜੋ ਸਾਧੂ ਜੀ ਅਤੇ ਮੈਂ ਕਈ ਵਾਰ ਆਪਣੀ ਸਮੱਸਿਆ ਸਾਧੂ ਜੀ ਦੇ ਅੱਗੇ ਵੀ ਬਰਾਬਰ ਰੱਖੀ, ਪਰ ਉਸ ਦਾ ਉੱਤਰ ਵੀ ਪੰਡਿਤ ਜੀ ਵਰਗਾ ਹੀ ਸੀ। ਉਸ ਦਾ ਕਹਿਣਾ ਸੀ, ਤੂੰ ਫਿਕਰ ਨਾ ਕਰ, ਜਦੋਂ ਤੈਨੂੰ ਗਿਆਨ ਮਿਲ ਜਾਵੇਗਾ ਤਾਂ ਇਹ ਸਭ ਕਠਿਨਾਈਆਂ ਆਪਣੇ ਆਪ ਦੂਰ ਹੋ ਜਾਣਗੀਆਂ। ਮੈਂ ਉੱਤਰ ਦਿੱਤਾ, ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੂਰਨ ਗਿਆਨ ਦੀ ਪ੍ਰਾਪਤੀ ਨਾਲ ਮੇਰੀਆਂ ਕਠਿਨਾਈਆਂ ਆਪਣੇ ਆਪ ਦੂਰ ਹੋਣ ਨਾਲ ਇਹ ਕਠਿਨਾਈਆਂ ਆਪਣੇ ਆਪ ਦੂਰ ਹੋ ਜਾਣਗੀਆਂ, ਪਰ ਹੋ ਇਸ ਸਮੇਂ ਤਾਂ ਤੂੰ ਉਹੀ ਕਰ ਜੋ ਤੇਰਾ ਪਿਤਾ ਤੈਨੂੰ ਕਹਿੰਦਾ ਹੈ। ਪਰ ਪੰਡਿਤ ਜੀ ਨੂੰ ਉੱਤਰ ਦਿੱਤਾ, ਮੰਨ ਲਵੋ ਮੈਂ ਵੱਡਾ ਹੋਣ ਤੱਕ ਜੀਵਾਂਗਾ ਹੀ ਨਹੀਂ, ਤਾਂ ਫਿਰ ਕੀ ਹੋਵੇਗਾ? ਦੂਜੀ ਗੱਲ, ਕਿਸੇ ਦੀ ਭੁੱਖ ਜਾਂ ਤੇ ਦਾ ਸਬੰਧ ਉਸ ਦੀ ਉਮਰ ਅਰਥਾਤ ਵੱਡੇ ਜਾਂ ਛੋਟੇ ਹੋਣ ਨਾਲ ਨਹੀਂ ਹੈ। ਜੇਕਰ ਕੋਈ ਭੁੱਖਾ ਛੋਟਾ ਮੁੰਡਾ ਰੋਟੀ ਮੰਗੇ ਤਾਂ ਕਿ ਉਸ ਨੂੰ ਤੁਸੀਂ ਕਹੋ ਕਿ ਜਾ ਖੇਡ, ਜਦੋਂ ਤੂੰ ਵੱਡਾ ਹੋਵੇਗਾ ਤਾਂ ਤੂੰ ਅਸਲੀ ਭੁੱਖ ਦਾ ਅਰਥ ਸਮਝ ਜਾਵੇਂਗਾ, ਬਜਾਏ ਇਸ ਦੇ ਕਿ ਤੁਸੀਂ ਉਸ ਨੂੰ ਰੋਟੀ ਦੇਵੇ। ਕੀ ਉਸ ਨੂੰ ਭੁੱਖੇ ਖੇਡਣ ਦਾ ਚਾਹ ਹੋਵੇਗਾ, ਜਾਂ ਕਿ ਉਹ ਵੱਡੇ ਹੋਣ ਤੱਕ ਜੀ ਸਕੇਗਾ? ਜੇਕਰ ਉਸ ਨੂੰ ਭੋਜਨ ਨਹੀਂ ਮਿਲ ਸਕੇਗਾ, ਉਸ ਨੂੰ ਭੋਜਨ ਇਸੇ ਸਮੇਂ ਮਿਲਣਾ ਚਾਹੀਦਾ ਹੈ। ਮੈਂ ਇਸ ਸਮੇਂ ਆਤਮਿਕ ਭੋਜਨ ਲਈ ਭੁੱਖਾ ਹਾਂ। ਜੇਕਰ ਤੁਸੀਂ ਮੈਨੂੰ ਇਹ ਭੋਜਨ ਨਹੀਂ ਦੇ ਸਕਦੇ ਹੈ ਤਾਂ ਦੱਸ ਇਹ ਮੈਨੂੰ ਕਿੱਥੋਂ ਅਤੇ ਕਿਸ ਤਰ੍ਹਾਂ ਮਿਲ ਸਕਦਾ ਹੈ? ਪੰਡਿਤ ਜੀ ਨੇ ਉੱਤਰ ਦਿੱਤਾ, ਤੂੰ ਉਸ ਆਤਮਿਕ ਪੱਧਰ ਤੇ ਇਸ ਸਮੇਂ ਨਹੀਂ ਪਹੁੰਚ ਸਕਦਾ ਹੈ, ਇਸ ਲਈ ਬਹੁਤ ਸਮਾਂ ਲੱਗੇਗਾ। ਤੂੰ ਇਸ ਦੇ ਲਈ ਇੰਨਾ ਉਤਾਵਲਾ ਕਿਉਂ ਹੈ? ਜੇਕਰ ਤੇਰੀ ਇਹ ਭੁੱਖ ਇਸ ਜਨਮ ਵਿੱਚ ਨਹੀਂ ਮਿਟੇਗੀ, ਤਾਂ ਅਗਲੇ ਜਨਮ ਵਿੱਚ ਮਿਟ ਜਾਵੇਗੀ। ਮਾਂ ਪਪਾ ਨੂੰ ਜਾ ਤੋ ਜੋ ਸਾਧੂ ਜੀ ਅਤੇ ਮੈਂ ਕਈ ਵਾਰ ਆਪਣੀ ਸਮੱਸਿਆ ਸਾਧੂ ਜੀ ਦੇ ਅੱਗੇ ਵੀ ਬਰਾਬਰ ਰੱਖੀ, ਪਰ ਉਸ ਦਾ ਉੱਤਰ ਵੀ ਪੰਡਿਤ ਜੀ ਵਰਗਾ ਹੀ ਸੀ। ਉਸ ਦਾ ਕਹਿਣਾ ਸੀ, ਤੂੰ ਫਿਕਰ ਨਾ ਕਰ, ਜਦੋਂ ਤੈਨੂੰ ਗਿਆਨ ਮਿਲ ਜਾਵੇਗਾ ਤਾਂ ਇਹ ਸਭ ਕਠਿਨਾਈਆਂ ਆਪਣੇ ਆਪ ਦੂਰ ਹੋ ਜਾਣਗੀਆਂ। ਮੈਂ ਉੱਤਰ ਦਿੱਤਾ, ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੂਰਨ ਗਿਆਨ ਦੀ ਪ੍ਰਾਪਤੀ ਨਾਲ ਮੇਰੀਆਂ ਕਠਿਨਾਈਆਂ ਆਪਣੇ ਆਪ ਦੂਰ ਹੋ